ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਮਾਰਟ ਮੂਵਜ਼ ਕਲਾਸਿਸ 'ਤੇ। ਅੱਜ ਦੀ ਇਹ ਕਲਾਸ ਆਪਣੀ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ। ਇਹ ਟੌਪਿਕ ਆਪਣਾ ਕੌਂਸਟੀਟਿਊਸ਼ਨ ਦੇ ਰਿਲੇਟਡ ਹੈਗਾ, ਜਿਹਦੇ ਵਿੱਚ ਆਪਣੀਆਂ ਅਨੁਸੂਚੀਆਂ ਅਤੇ ਮੌਲਿਕ ਅਧਿਕਾਰ ਮੀਨਜ਼ ਫੰਡਾਮੈਂਟਲ ਰਾਈਟਸ ਪਹਿਲਾਂ ਪੂਰਾ ਕਨਸੈਪਟ ਸਮਝਾਇਆ ਜਾਊਗਾ, ਫਿਰ ਉਹਨਾਂ ਨਾਲ ਰਿਲੇਟਡ ਆਪਾਂ MCQs ਕਰਾਂਗੇ। ਸੋ ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤਾਂ ਕਿ ਆਪਣੀਆਂ ਹੋਰ ਆਉਣ ਵਾਲੀਆਂ ਹੋਰ ਕਲਾਸਿਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹ ਜੋ ਟੌਪਿਕ ਆ ਬਹੁਤ ਜ਼ਿਆਦਾ ਇੰਪੋਰਟੈਂਟ ਆ। ਇਹਦੇ ਵਿੱਚੋਂ 2 ਤੋਂ 3 ਪ੍ਰਸ਼ਨ ਜ਼ਰੂਰ ਬਣਦੇ ਹੀ ਬਣਦੇ ਹੈਗੇ। ਇਹ ਛੋਟੀ ਜਿਹੀ ਕਲਾਸ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈਗੀ। ਸੋ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਣਾ। ਅਤੇ ਦੇਖਦੇ ਹਾਂ ਪਹਿਲਾਂ ਆਪਾਂ ਅਨੁਸੂਚੀਆਂ ਬਾਰੇ, ਮੀਨਜ਼ ਜੋ ਕਿ ਕੌਂਸਟੀਟਿਊਸ਼ਨ ਦੇ ਵਿੱਚ ਐਡ ਆ ਗਈਆਂ ਸ਼ਡਿਊਲਸ। ਹੁਣ ਪਹਿਲਾਂ ਤਾਂ ਸ਼ਡਿਊਲ 'ਚ ਕੀ ਹੈਗਾ, ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਕੀ ਕੀ ਚੀਜ਼ਾਂ ਹੈਗੀਆਂ। ਭਾਰਤੀ ਕੌਂਸਟੀਟਿਊਸ਼ਨ ਦੇ ਵਿੱਚ 22 ਭਾਗ ਆ ਗਏ, ਆਰਟੀਕਲ 395 ਸੀਗੇ। ਸੋ ਅਨੁਸੂਚੀਆਂ ਜਿਹੜੀਆਂ ਕਰੰਟ ਦੇ ਵਿੱਚ 12। ਪਹਿਲਾਂ ਜਦੋਂ ਇਹ ਆਪਣਾ ਸੰਵਿਧਾਨ ਬਣਿਆ ਸੀਗਾ ਉਦੋਂ ਉਸ ਸਮੇਂ 8 ਅਨੁਸੂਚੀਆਂ ਸੀਗੀਆਂ, ਪਰ ਬਾਅਦ ਵਿੱਚ ਸਮੇਂ ਦੇ ਨਾਲ 4 ਅਨੁਸੂਚੀਆਂ ਹੋਰ ਐਡ ਹੋ ਗਈਆਂ ਸੀਗੀਆਂ। ਤਾਂ ਟੋਟਲ ਹੁਣ ਕਿੰਨੀਆਂ ਹੋ ਗਈਆਂ ਕਰੰਟ ਦੇ ਵਿੱਚ 12। ਹੁਣ ਅਨੁਸੂਚੀਆਂ ਦੀ ਲੋੜ ਆਪਾਂ ਨੂੰ ਕਿਉਂ ਪਈ ਹੈਗੀ, ਕਿਉਂਕਿ ਪਾਰਟ ਆ ਗਏ ਜਿਹੜੇ 22 ਭਾਗ ਆ ਗਏ, ਉਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਆ ਗਈਆਂ। ਹਰ ਇੱਕ ਮਤਲਬ ਕਿ ਕੌਂਸਟੀਟਿਊਸ਼ਨ ਦਾ ਅਲੱਗ-ਅਲੱਗ ਪਾਰਟ ਆ ਗਏ, ਉਹਦੇ ਵਿੱਚ ਆਹ ਭਾਗ ਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ, ਇਹਦਾ ਜ਼ਿਕਰ ਕੀਤਾ ਗਿਆ। ਆਰਟੀਕਲ ਆ ਗਏ, ਇੰਨੇ ਤੋਂ ਇੰਨੇ ਆਰਟੀਕਲ ਆ ਇਹਦੇ ਨਾਲ ਰਿਲੇਟਡ ਆ ਗਾ, ਇੰਨੇ ਤੋਂ ਇੰਨੇ ਆਰਟੀਕਲ ਇਹਦੇ ਨਾਲ ਰਿਲੇਟਡ ਆ। ਫਿਰ ਆਪਾਂ ਨੂੰ ਅਨੁਸੂਚੀਆਂ ਦੀ ਲੋੜ ਕਿਉਂ ਪਈ? ਜਦੋਂ ਕੌਂਸਟੀਟਿਊਸ਼ਨ ਆਪਣਾ ਬਣ ਗਿਆ ਸੀਗਾ, ਉਹਦੇ ਵਿੱਚ ਲਿਖਿਆ ਗਿਆ ਸੀਗਾ, ਕੌਂਸਟੀਟਿਊਸ਼ਨ ਲਿਖ ਕੇ ਪੂਰਾ ਹੋ ਗਿਆ ਸੀਗਾ, ਉਦੋਂ ਕੁਛ ਕੁ ਚੀਜ਼ਾਂ ਆਪਣੀਆਂ ਰਹਿ ਗਈਆਂ ਸੀਗੀਆਂ। ਸੋ ਫਿਰ ਇਹਦੇ ਵਿੱਚ ਕੀ ਸੀਗਾ, ਇਹ ਜੋ ਕੌਂਸਟੀਟਿਊਸ਼ਨ ਦੇ ਵਿੱਚ ਆਪਣੀਆਂ ਅਨੁਸੂਚੀਆਂ ਆਈਆਂ, ਉਹਦੇ ਵਿੱਚ ਇਹ 8 ਅਨੁਸੂਚੀਆਂ ਦੇ ਵਿੱਚ ਉਹ ਚੀਜ਼ਾਂ ਨੂੰ ਐਡ ਕੀਤਾ ਗਿਆ। ਮਤਲਬ ਕਿ ਕੀ ਹੈਗਾ, ਜਿਵੇਂ ਕਿ 22 ਭਾਗ ਆ ਗਏ, 22 ਭਾਗ ਦੇ ਵਿੱਚ ਆਪਾਂ ਨੂੰ ਕਈ ਚੀਜ਼ਾਂ ਦਾ ਜ਼ਿਕਰ ਮਿਲਦਾ ਗਾ, ਜਿਵੇਂ ਕਿ ਆਰਟੀਕਲਾਂ ਦਾ ਮਿਲਦਾ ਗਾ। ਸੋ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਜਿਹੜਾ ਚੀਜ਼ ਜ਼ਿਕਰ ਆਪਾਂ ਨੂੰ ਨਹੀਂ ਮਿਲਦਾ ਗਾ, ਉਹ ਆਪਾਂ ਨੂੰ ਇਸ ਚੀਜ਼ ਦੇ ਵਿੱਚ ਮਿਲਦਾ ਗਾ। ਜਿਵੇਂ ਕਿ ਹੁਣ ਆਰਟੀਕਲ 1 ਹੈਗਾ, ਉਹਦੇ ਵਿੱਚ ਕੀ ਦੱਸਿਆ ਗਿਆ ਕਿ ਭਾਰਤ ਰਾਜਾਂ ਦਾ ਸੰਘ ਆ, ਪਰ ਇਹ ਨਹੀਂ ਦੱਸਿਆ ਗਿਆ ਕਿ ਭਾਰਤ 'ਚ ਕਿੰਨੇ ਰਾਜ ਆ, ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈਗਾ, ਕੁਛ ਨਹੀਂ ਦੱਸਿਆ ਗਿਆ। ਕੀ ਕਿਹਾ ਗਿਆ ਗਾ? ਭਾਰਤ ਰਾਜਾਂ ਦਾ ਸੰਘ ਹੈਗਾ। ਸੋ ਫਿਰ ਅਨੁਸੂਚੀਆਂ 'ਚ ਕੀ ਆ ਜਾਂਦਾ ਗਾ ਕਿ ਭਾਰਤ ਦੇ ਵਿੱਚ ਇੰਨੇ ਰਾਜ ਹੈਗੇ, ਇੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਆ। ਸੋ ਉਹ ਸਾਰੀ ਚੀਜ਼ ਕੀ ਹੈਗੇ, ਇਹ ਚੀਜ਼ਾਂ ਅਨੁਸੂਚੀਆਂ ਦੇ ਵਿੱਚ ਦੱਸਿਆ ਗਿਆ ਗਾ। ਜਿਵੇਂ ਕਿ ਆਪਣੀ ਪਹਿਲੀ ਅਨੁਸੂਚੀ, ਇਹਦੇ ਵਿੱਚ ਇਹ ਦੱਸਿਆ ਗਿਆ ਕਿ ਕਿੰਨੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਇਹ ਸਾਰੀਆਂ ਚੀਜ਼ਾਂ ਕੀ ਆ ਆਪਾਂ ਨੂੰ ਰਿਲੇਟਡ ਇਹਦੇ ਵਿੱਚ ਮਿਲਦੀਆਂ ਗੀਆਂ। ਸੋ ਇਹੀ ਚੀਜ਼ਾਂ ਅਨੁਸੂਚੀਆਂ ਫੰਡਾਮੈਂਟਲ ਰਾਈਟਸ ਆਪਾਂ ਅੱਜ ਪੂਰੀ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਰਾਂਗੇ। ਜਿਵੇਂ ਕਿ ਭਾਰਤੀ ਸੰਵਿਧਾਨ ਦੇ ਮੂਲ ਪਾਠ ਵਿੱਚ 8 ਅਨੁਸੂਚੀਆਂ ਸਨ। ਮਤਲਬ ਕਿ ਜਦੋਂ ਭਾਰਤੀ ਕੌਂਸਟੀਟਿਊਸ਼ਨ ਬਣ ਕੇ ਰੈਡੀ ਹੋ ਗਿਆ ਸੀਗਾ, ਉਦੋਂ ਉਸ ਸਮੇਂ 8 ਅਨੁਸੂਚੀਆਂ ਇਹਦੇ ਵਿੱਚ ਸੀ, ਪਰ ਵਰਤਮਾਨ ਦੇ ਵਿੱਚ ਹੁਣ ਕਿੰਨੀਆਂ ਇਹਦੇ ਵਿੱਚ 12 ਅਨੁਸੂਚੀਆਂ ਹਨ। ਸੋ ਇਹਨਾਂ ਨੂੰ ਆਪਾਂ 1 ਬਾਏ 1 ਕਰਕੇ ਇੱਕ ਕਰਕੇ ਦੇਖਾਂਗੇ ਕੀ ਕੀ ਇਹਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਅਨੁਸੂਚੀ ਦੇ ਵਿੱਚ ਕੀ ਕੀ ਡਿਟੇਲ ਦੱਸੀ ਹੋਈ ਹੈਗੀ। ਜਿਵੇਂ ਕਿ ਪਹਿਲੀ ਅਨੁਸੂਚੀ, ਇਹਦੇ ਵਿੱਚ ਇਹ ਦੱਸਿਆ ਗਿਆ ਗਾ ਕਿ ਭਾਰਤ ਵਿੱਚ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਮ, ਖੇਤਰ, ਰਾਜਾਂ ਬਾਰੇ ਸਾਰਾ ਕੁਛ ਦੱਸਿਆ ਗਿਆ ਗਾ। ਜਿਵੇਂ ਕਿ ਦਿੱਲੀ ਭਾਰਤ ਵਿੱਚ ਦੀ ਰਾਜਧਾਨੀ ਹੈਗੀ, ਪੰਜਾਬ ਸਟੇਟ ਹੋ ਗਈ, ਜਿਵੇਂ ਕਿ ਅਲੱਗ-ਅਲੱਗ ਸਟੇਟਾਂ ਹੋ ਗਈਆਂ, ਅਲੱਗ-ਅਲੱਗ ਯੂਟੀਜ਼ ਹੋ ਗਈਆਂ, ਉਹਨਾਂ ਦੇ ਨਾਮ ਵਗੈਰਾ ਸਾਰਾ ਇਹ ਪਹਿਲੀ ਅਨੁਸੂਚੀ ਦੇ ਵਿੱਚ ਆਪਣਾ ਜ਼ਿਕਰ ਆਉਂਦਾ ਗਾ। ਫਿਰ ਆ ਗਈ ਦੂਸਰੀ ਅਨੁਸੂਚੀ। ਦੂਸਰੀ ਅਨੁਸੂਚੀ ਦੇ ਵਿੱਚ ਕੀ ਆਉਂਦਾ ਗਾ ਕਿ ਭਾਰਤੀ ਰਾਜ ਵਿਵਸਥਾ ਦੇ ਵੱਖ-ਵੱਖ ਪਦ ਅਧਿਕਾਰੀ, ਜਿਵੇਂ ਕਿ ਉਹਨੇ ਤਨਖਾਹਾਂ, ਭੱਤੇ, ਪੈਨਸ਼ਨਾਂ ਦਾ ਲੇਖ ਆਉਂਦਾ ਗਾ। ਜਿਵੇਂ ਕਿ ਇਹਦੇ ਵਿੱਚ ਆਪਣੇ ਕਿ ਵੱਖ-ਵੱਖ ਜਿਵੇਂ ਕਿ ਅਲੱਗ-ਅਲੱਗ ਆਪਣੇ ਕਹਿ ਦਿਓ ਆਪਣੇ ਅਹੁਦੇਦਾਰ ਹੋ ਗਏ, ਉਹਨਾਂ ਦੀਆਂ ਚੀਜ਼ਾਂ ਬਾਰੇ ਦੱਸਿਆ ਹੋਇਆ ਹੈਗਾ। ਫਿਰ ਆ ਗਈ ਤੀਸਰੀ ਅਨੁਸੂਚੀ। ਇਹਦੇ ਵਿੱਚ ਵੱਖ-ਵੱਖ ਪਦਾਧਿਕਾਰੀ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੰਤਰੀ ਮੰਡਲ, ਸੰਸਦ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ
ਸ਼ਾਮਲ ਆ ਗਈ। ਇਹਦੇ ਵਿੱਚ ਦੱਸਿਆ ਕਿ ਇਹਦੇ ਵਿੱਚ ਹੋਣਗੇ ਜਿਹੜੇ ਕਿ ਆਪਣੇ ਵੱਡੇ ਅਹੁਦੇਦਾਰ ਉਹਨਾਂ ਦਾ ਸਾਰੀ ਡਿਟੇਲ ਇਹਦੇ ਵਿੱਚ ਦੱਸੀ ਹੋਈ ਹੈ। ਕਿਹਦੇ ਵਿੱਚ? ਤੀਸਰੀ ਅਨੁਸੂਚੀ ਦੇ ਵਿੱਚ। ਫਿਰ ਆ ਗਈ ਚੌਥੀ ਅਨੁਸੂਚੀ। ਇਸ ਵਿੱਚ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਰਾਜ ਸਭਾ ਲਈ ਮੈਂਬਰਾਂ ਬਾਰੇ ਉਲੇਖ ਦਿੱਤਾ ਹੋਇਆ ਗਾ ਕਿ ਕਿਹੜੀ ਸਟੇਟ ਤੋਂ ਕਿੰਨੇ ਰਾਜ ਸਭਾ ਦੇ ਮੈਂਬਰ ਹੋਣਗੇ। ਜਿਵੇਂ ਕਿ ਪੰਜਾਬ ਸਟੇਟ ਦੇ ਵਿੱਚ ਕਿੰਨੇ ਮੈਂਬਰ ਹੈਗੇ? 7 ਰਾਜ ਸਭਾ ਦੇ ਮੈਂਬਰ ਆ ਅਤੇ 13 ਕੀ ਹੈਗੇ? ਲੋਕ ਸਭਾ ਦੇ ਮੈਂਬਰ ਹੈਗੇ। ਅਤੇ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਗਈਆਂ? 117 ਸੀਟਾਂ ਗਈਆਂ। ਜਿਵੇਂ ਕਿ ਹਰ ਇੱਕ ਸਟੇਟ ਦੇ ਵਿੱਚ ਅਲੱਗ-ਅਲੱਗ ਉਹਨਾਂ ਨੂੰ ਰਾਜ ਸਭਾ ਦੀਆਂ ਸੀਟਾਂ ਦੇ ਅਕੋਰਡਿੰਗ ਇਹਦੇ ਵਿੱਚ ਜ਼ਿਕਰ ਕੀਤਾ ਹੋਇਆ ਗਾ। ਨੈਕਸਟ 5ਵੀਂ ਅਨੁਸੂਚੀ। ਇਸ ਵਿੱਚ ਵੱਖ-ਵੱਖ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਪ੍ਰਸ਼ਾਸਨ ਅਤੇ ਕੰਟਰੋਲ ਵਿੱਚ ਮਤਲਬ ਕਿ ਉਹਨਾਂ ਦਾ ਜਿਹੜੇ ਕਿ ਆਪਣੇ ਜਿਵੇਂ ਕਿ ਸਪੈਸ਼ਲ ਆਪਣੀਆਂ ਸਟੇਟਸ ਹੋ ਗਈਆਂ ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ, ਇਹਨਾਂ ਨੂੰ ਛੱਡ ਕੇ ਮਤਲਬ ਕਿ ਕੀ ਹੈ ਬਾਕੀ ਸਾਰੇ ਕੇਂਦਰ ਲੇਖ ਦਿੱਤਾ ਹੋਇਆ ਗਾ ਕਿਉਂਕਿ ਇਹਨਾਂ 'ਤੇ ਜਿਹੜੀਆਂ ਇਹ ਆਪਣੀਆਂ ਸਟੇਟਸ ਇਹਨਾਂ ਨੂੰ ਸਪੈਸ਼ਲ ਸਟੇਟਸ ਕਿਹਾ ਜਾਂਦਾ ਗਾ। ਨੈਕਸਟ 6ਵੀਂ ਅਨੁਸੂਚੀ। 6ਵੀਂ ਅਨੁਸੂਚੀ ਇਹ ਮਤਲਬ ਕੀ ਹੈਗਾ? ਇਸ ਵਿੱਚ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਦੇ ਜੋ ਜਨਜਾਤੀ ਖੇਤਰ ਹੈਗੇ ਉਹਨਾਂ ਦੇ ਬਾਰੇ ਉਲੇਖ ਦਿੱਤਾ ਗਿਆ ਗਾ ਕਿਉਂਕਿ ਇਹ ਆਪਣਾ ਸਾਰਾ ਟਰਾਈਬਲਸ ਏਰੀਆ ਹੈਗਾ। ਇੱਥੇ ਸਾਰੇ ਕੀ ਹੈਗਾ ਆਪਣੇ ਕਹਿ ਲਓ ਤੁਸੀਂ ਕਬੀਲਿਆਂ ਦੇ ਲੋਕ ਰਹਿੰਦੇ ਹੈਗੇ। ਉਹਨਾਂ ਬਾਰੇ ਮਤਲਬ ਕਿ ਇਹਦੇ ਵਿੱਚ ਸਪੈਸ਼ਲ ਜਨਜਾਤੀ ਹੈ ਜਿਹੜੇ ਉਹਨਾਂ ਦੇ ਬਾਰੇ ਇਹਨਾਂ ਦੇ ਵਿੱਚ ਉਲੇਖ ਦਿੱਤਾ ਹੋਇਆ ਹੈਗਾ। ਫਿਰ ਆ ਗਈ ਆਪਣੀ 7ਵੀਂ ਅਨੁਸੂਚੀ। ਇਹਦੇ ਵਿੱਚ ਕੀ ਹੈ? ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਰਾਜਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਬਾਰੇ ਦੱਸਿਆ ਗਿਆ। ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ। ਕੀ ਹੈਗਾ? ਮਤਲਬ ਕਿ 3 ਵਿੱਚ ਵੰਡਿਆ ਹੋਇਆ ਇਹ 7ਵੀਂ ਅਨੁਸੂਚੀ ਹੈ ਜਿਹੜੀ ਕੇਂਦਰ ਤੇ ਕੰਮਾਂ ਦੀ ਵੰਡ ਜਿਵੇਂ ਕਿ ਆਪਣੀ ਸਟੇਟ ਗੌਰਮੈਂਟ ਹੋ ਗਈ ਅਤੇ ਸੈਂਟਰ ਗੌਰਮੈਂਟ ਹੋ ਗਈ ਇਹਨਾਂ ਦੀ ਕੰਮਾਂ ਦੀ ਡਿਵਾਈਡੇਸ਼ਨ ਦਿੱਤੀ ਹੋਈ ਹੈਗੀ। ਜਿਵੇਂ ਕਿ ਸੰਘ ਸੂਚੀ ਇਹਦੇ ਵਿੱਚ ਕੀ ਹੈ ਜਿਹੜੀ ਕਿ ਸੈਂਟਰ ਗੌਰਮੈਂਟ ਦੀ ਆ ਗਈ 97 ਵਿਸ਼ੇ ਸ਼ਾਮਲ ਆ ਗਏ। 97 ਵਿਸ਼ਿਆਂ 'ਤੇ ਇਹ ਕਾਨੂੰਨ ਬਣਾ ਸਕਦੀ ਹੈਗੀ। ਰਾਜ ਸੂਚੀ ਜਿਹਦੇ 'ਚ ਸਟੇਟ ਗੌਰਮੈਂਟ ਬਣਾਏ 66 ਵਿਸ਼ਿਆਂ 'ਤੇ ਇਹ ਕੀ ਹੈਗਾ ਕਾਨੂੰਨ ਬਣਾਉਂਦੀ ਹੈਗੀ। ਫਿਰ ਆ ਗਈ ਸਮਵਰਤੀ ਸੂਚੀ। ਇਹਦੇ ਵਿੱਚ 27 ਵਿਸ਼ੇ ਸ਼ਾਮਲ ਹੈਗੇ ਜਿਵੇਂ ਕਿ ਕੇਂਦਰ ਅਤੇ ਸਟੇਟ ਇਹਨਾਂ ਦੋਨਾਂ 'ਤੇ ਕਾਨੂੰਨ ਬਣਾ ਸਕਦੇ। ਜਿਵੇਂ ਕਿ ਸਿੱਖਿਆ ਹੋ ਗਈ, ਸਿੱਖਿਆ 'ਤੇ ਸਟੇਟ ਗੌਰਮੈਂਟ ਵੀ ਕਾਨੂੰਨ ਬਣਾ ਸਕਦੀ ਹੈ ਅਤੇ ਕੀ ਬਣਾ ਸਕਦੀ ਹੈਗੀ ਆਪਣੀ ਸੈਂਟਰ ਗੌਰਮੈਂਟ ਵੀ ਕਾਨੂੰਨ ਬਣਾ ਸਕਦੀ ਹੈਗੀ। ਫਿਰ ਆ ਗਈ ਆਪਣੀ 8ਵੀਂ ਅਨੁਸੂਚੀ। ਇਹਦੇ ਵਿੱਚ ਕੀ ਆ? ਭਾਰਤ ਦੀਆਂ 22 ਭਾਸ਼ਾਵਾਂ ਦਾ ਉਲੇਖ ਦਿੱਤਾ ਗਿਆ ਕਿ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਣੀਆਂ ਕੀ 14 ਭਾਸ਼ਾਵਾਂ ਸਨ ਪਰ ਬਾਅਦ 'ਚ 1967 'ਚ ਸਿੰਧੀ, 1992 'ਚ ਕੋਂਕਣੀ, ਮਣੀਪੁਰੀ, ਨੇਪਾਲੀ ਭਾਸ਼ਾ ਨੂੰ ਸ਼ਾਮਲ ਕੀਤਾ ਗਿਆ। ਫਿਰ 2003 ਦੇ ਵਿੱਚ ਮੈਥਲੀ, ਸੰਥਾਲੀ, ਡੋਗਰੀ ਭਾਸ਼ਾਵਾਂ ਨੂੰ ਸ਼ਾਮਲ ਅਲੱਗ-ਅਲੱਗ ਸਮੇਂ 'ਤੇ ਅਮੈਂਡਮੈਂਟ ਨਾਲ ਇਹਨਾਂ ਨੂੰ ਸ਼ਾਮਲ ਕੀਤਾ ਗਿਆ। ਇਹ 8 ਅਨੁਸੂਚੀਆਂ ਕੀ ਸੀ? ਜਦੋਂ ਆਪਣਾ ਮੂਲ ਸੰਵਿਧਾਨ ਬਣਿਆ ਸੀਗਾ ਉਦੋਂ ਬਣ ਕੇ ਉਹਦੇ ਵਿੱਚ ਐਡ ਸੀ। ਫਿਰ 9ਵੀਂ ਅਨੁਸੂਚੀ ਕੀ ਹੋ ਗਈ ਸੀਗੀ? ਐਡ ਹੋਈ ਸੀ ਇਦੋਂ ਬਾਅਦ। ਆ 22 ਕੀ ਹੈਗਾ ਭਾਸ਼ਾਵਾਂ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿਹੜੀ ਆ? ਅਸਮੀਆ, ਗੁਜਰਾਤੀ, ਬੰਗਲਾ, ਹਿੰਦੀ, ਕੰਨੜ, ਕਸ਼ਮੀਰੀ, ਕੋਂਕਣੀ, ਮਲਿਆਲਮ, ਮਣੀਪੁਰੀ, ਮਰਾਠੀ, ਨੇਪਾਲੀ, ਉੜੀਆ, ਪੰਜਾਬੀ, ਸੰਸਕ੍ਰਿਤ, ਸਿੰਧੀ, ਤਮਿਲ, ਤੇਲਗੂ, ਉਰਦੂ, ਬੋਡੋ, ਮੈਥਲੀ, ਸੰਥਾਲੀ ਅਤੇ ਡੋਗਰੀ। ਇਹ 22 ਭਾਸ਼ਾਵਾਂ ਕਿਹੜੀਆਂ ਹੈਗੀਆਂ ਮਾਨਤਾ ਇਹਨਾਂ ਨੂੰ ਮਿਲੀ ਹੋਈ ਹੈਗੀ। ਫਿਰ ਹੈਗੀ 9ਵੀਂ ਅਨੁਸੂਚੀ। ਇਹ ਕੀ ਸੀਗਾ? ਆਪਣੀ ਅਮੈਂਡਮੈਂਟ ਦੇ ਰਾਹੀਂ ਐਡ ਕੀਤੀ ਗਈ ਸੀਗੀ। ਇਹ ਪਹਿਲੀ ਅਨੁਸੂਚੀ ਸੀਗੀ ਜਿਵੇਂ ਕਿ ਹੈਗੀ ਸੀਗੀ 9ਵੀਂ ਅਨੁਸੂਚੀ ਬਟ ਪਹਿਲੀ ਅਨੁਸੂਚੀ ਸੀਗੀ ਜਿਹੜੀ ਕਿ ਇਹ ਐਡ ਕੀਤੀ ਗਈ ਸੀਗੀ। ਇਹ 1951 ਦੇ ਵਿੱਚ ਜੋੜੀ ਗਈ ਸੀਗੀ। ਇਹਦੇ ਅੰਤਰਗਤ ਕੀ ਸੀ? ਸੰਪੱਤੀ ਦੇ ਅਧਿਕਾਰਾਂ ਦੀਆਂ ਵਿਧੀਆਂ ਦਾ ਉਲੇਖ ਹੈਗਾ। ਫਿਰ ਆ ਗਈ ਆਪਣੀ 10ਵੀਂ ਅਨੁਸੂਚੀ। ਇਹ ਸੰਵਿਧਾਨ ਦੇ 52ਵੇਂ ਸੰਸ਼ੋਧਨ ਦੁਆਰਾ 1985 ਦੇ ਵਿੱਚ ਜੋੜੀ ਗਈ ਸੀਗੀ। ਕਿਹਦੇ ਨਾਲ ਸੀਗੀ ਇਹ? ਦਲ ਬਦਲੂ ਨਾਲ। ਸੌਰੀ ਇੱਥੇ ਗਲਤ ਟਾਈਪ ਹੋ ਗਿਆ ਦਲ ਬਦਲੂ ਨਾਲ। ਮਤਲਬ ਕਿ ਇੱਕ ਪਾਰਟੀ ਤੋਂ ਦੂਜੀ ਪਾਰਟੀ ਨਾਲ ਜਿਵੇਂ ਛੱਡ ਕੇ ਨਹੀਂ ਚੱਲ ਜਾਂਦਾ ਉਹਨੂੰ ਕੀ ਕਹਿ ਦਿੰਦੇ? ਜਿਵੇਂ ਤੁਸੀਂ ਹੁਣ ਆਮ ਹੀ ਦੇਖਿਆ ਹੋਊ ਇਲੈਕਸ਼ਨਾਂ ਦੇ ਵਿੱਚ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚੱਲ ਜਾਂਦਾ ਉਹਨੂੰ ਕੀ ਕਹਿੰਦੇ? ਦਲ ਬਦਲੂ ਦੇ ਬਾਰੇ ਇਹ ਉਲੇਖ ਹੈਗਾ ਗਾ। ਫਿਰ ਆ ਗਈ ਆਪਣੀ 11ਵੀਂ ਅਨੁਸੂਚੀ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ 11ਵੀਂ ਅਤੇ 12ਵੀਂ। ਇਹ ਕਿਉਂਕਿ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਨਾਲ ਨਗਰ ਪੰਚਾਇਤਾਂ ਨਾਲ ਸੰਬੰਧਿਤ ਹੈਗੀ। ਜਿਹੜੀ 11ਵੀਂ ਅਨੁਸੂਚੀ ਹੈਗੀ ਇਹ 73ਵੀਂ ਅਮੈਂਡਮੈਂਟ ਰਾਹੀਂ 1992 'ਚ ਜੋੜੀ ਗਈ ਸੀਗੀ। ਇਹਦੇ 'ਚ ਕੀ ਹੈਗਾ? ਪੰਚਾਇਤਾਂ ਬਾਰੇ ਜ਼ਿਕਰ ਦਿੱਤਾ ਹੋਇਆ ਹੈਗਾ।
ਫਿਰ ਆ ਗਈ ਆਪਣੀ 12ਵੀਂ ਅਨੁਸੂਚੀ। ਇਹ 74ਵੀਂ ਅਮੈਂਡਮੈਂਟ ਰਾਹੀਂ 1992 'ਚ ਹੋਈ ਸੀਗੀ, ਉਦੋਂ ਜੋੜੀ ਗਈ ਸੀਗੀ, ਬੈਕ ਟੂ ਬੈਕ ਹੋਈਆਂ ਸੀ। ਸੋ ਇਹ ਮਿਊਨਿਸਪੈਲਿਟੀ ਨਾਲ ਇਹਨਾਂ ਦਾ ਕੀ ਹੈਗਾ, ਸੰਬੰਧ ਹੈਗਾ। ਸੋ ਇਹ ਸੀ ਆਪਣੀਆਂ 12 ਅਨੁਸੂਚੀਆਂ। ਹੁਣ ਆਪਾਂ ਗੱਲ ਕਰਾਂਗੇ ਫੰਡਾਮੈਂਟਲ ਰਾਈਟਸ ਬਾਰੇ। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਇਹਦੇ ਵਿੱਚੋਂ ਵੀ ਬਹੁਤ ਸਾਰੇ ਪ੍ਰਸ਼ਨ ਪੁੱਛੇ ਜਾਂਦੇ ਹੈਗੇ, ਜਿਵੇਂ ਕਿ ਮੌਲਿਕ ਅਧਿਕਾਰਾਂ ਦਾ ਵਰਣਨ ਸੰਵਿਧਾਨ ਦੇ ਕਿਹੜੇ ਭਾਗ 'ਚ ਆ ਗਿਆ? ਤੀਜੇ ਭਾਗ 'ਚ 22 ਭਾਗ ਹੈ। 22 ਭਾਗਾਂ ਦੇ ਵਿੱਚੋਂ ਕਿਹੜੇ ਭਾਗ ਦੇ ਵਿੱਚ ਆ? ਭਾਗ 3 ਦੇ ਵਿੱਚ ਹੈਗਾ। ਇਹ ਕਿੱਥੋਂ ਅਡੋਪਟ ਕੀਤੇ ਗਏ ਹੈਗੇ? USA ਤੋਂ ਇਹ ਅਡੋਪਟ ਕੀਤੇ ਗਏ ਹੈਗੇ। ਸਟਾਰਟਿੰਗ ਦੇ ਵਿੱਚ ਕਿੰਨੇ ਮੌਲਿਕ ਅਧਿਕਾਰ ਸਨ? ਜਦੋਂ ਕੌਂਸਟੀਟਿਊਸ਼ਨ ਬਣਿਆ ਉਦੋਂ ਸਨ 7। ਪਰ ਕੀ ਹੋਇਆ, 44ਵੀਂ ਅਮੈਂਡਮੈਂਟ ਹੋਈ 1978 ਦੇ ਵਿੱਚ, 78 ਦੇ ਵਿੱਚ। ਇਹ ਸੰਪत्ति ਦਾ ਅਧਿਕਾਰ ਸੀ, ਇਹਨੂੰ ਹਟਾ ਕੇ ਕੀ ਬਣਾਤਾ ਸੀਗਾ? ਆਰਟੀਕਲ 300A ਕਾਨੂੰਨੀ ਅਧਿਕਾਰ ਬਣਾਤਾ ਸੀਗਾ। ਤੇ ਹੁਣ ਕਰੰਟ ਦੇ ਵਿੱਚ ਕਿੰਨੇ ਮੌਲਿਕ ਅਧਿਕਾਰ ਆ? ਹੁਣ ਆ 6 ਮੌਲਿਕ ਅਧਿਕਾਰ। ਸੋ ਆਰਟੀਕਲ 12 ਇਹਦੇ ਵਿੱਚ ਕੀ ਦਿੱਤਾ ਗਿਆ ਹੈ? ਜੋ ਕਿ ਆਪਣਾ ਫੰਡਾਮੈਂਟਲ ਰਾਈਟਸ ਹੈ, ਇਹ 12 ਤੋਂ ਲੈ ਕੇ ਆਰਟੀਕਲ 32 ਤੱਕ ਇਹਨਾਂ ਦਾ ਜ਼ਿਕਰ ਆਉਂਦਾ ਗਾ। ਆਰਟੀਕਲ 12 ਇਹਦੇ ਵਿੱਚ ਰਾਜ ਦੀ ਪਰਿਭਾਸ਼ਾ ਦਿੱਤੀ ਹੋਈ ਹੈਗੀ, ਮਤਲਬ ਕਿ ਸਟੇਟਸ ਦੀ ਇਹਦੇ ਵਿੱਚ ਪਰਿਭਾਸ਼ਾ ਦਿੱਤੀ ਹੋਈ ਹੈਗੀ। ਆਰਟੀਕਲ 13 ਇਹਦੇ ਵਿੱਚ ਕਾਨੂੰਨ ਦੀ ਪਰਿਭਾਸ਼ਾ ਦਿੱਤੀ ਗਈ ਹੈਗੀ, ਤੇ ਇਹ ਗੱਲ ਸ਼ਾਮਲ ਹੈ ਕਿ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨ ਕੋਰਟ ਦੇ ਵਿੱਚ ਚੁਣੌਤੀ ਆਪਾਂ ਦੇ ਸਕਦੇ ਹੈਗੇ। ਸੋ 14 ਤੋਂ ਲੈ ਕੇ 18 ਤੱਕ ਸਮਾਨਤਾ ਦਾ ਅਧਿਕਾਰ। ਆਰਟੀਕਲ 14 ਕੀ ਕਹਿੰਦਾ ਹੈਗਾ ਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹੈਗੇ, ਕੋਈ ਵੱਡਾ ਛੋਟਾ ਨਹੀਂ ਹੈਗਾ। ਹਰ ਇੱਕ ਇਨਸਾਨ ਮਤਲਬ ਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਆ, ਚਾਹੇ ਗਰੀਬ ਆ, ਅਮੀਰ ਆ, ਗੋਰਾ, ਕਾਲਾ, ਲੇਡੀਜ਼ ਆ, ਜੈਂਟਸ, ਸਾਰੇ ਕੀ ਹੈਗੇ, ਬਰਾਬਰ ਹੈਗੇ। ਚਾਹੇ ਉਹ ਰਾਸ਼ਟਰਪਤੀ ਹੋਵੇ, ਚਾਹੇ ਗਵਰਨਰ ਹੋਵੇ, ਉਹ ਚਾਹੇ ਪ੍ਰਧਾਨ ਮੰਤਰੀ, ਸਾਰਿਆਂ 'ਤੇ ਇਹ ਚੀਜ਼ ਲਾਗੂ ਹੁੰਦੀ ਹੈਗੀ। ਪਰ ਜਿਹੜੀ ਚੀਜ਼ ਆਪਣੀ ਕਾਨੂੰਨ, ਕੋਈ ਵੀ ਚੀਜ਼ ਹੈਗੀ, ਜਿਵੇਂ ਕਿ ਤੁਸੀਂ ਕਹਿ ਲਓ ਰਾਸ਼ਟਰਪਤੀ ਅਤੇ ਗਵਰਨਰ ਆ, ਉਹਨਾਂ 'ਤੇ ਮਤਲਬ ਕਿ ਜਿਵੇਂ ਆਪਣੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਕਿ ਰਾਸ਼ਟਰਪਤੀ ਅਤੇ ਗਵਰਨਰ 'ਤੇ ਉਹਨਾਂ ਚਿਰ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਜਿੰਨਾ ਟਾਈਮ ਉਹਨਾਂ ਦਾ ਆਪਣੀ ਸੀਟ ਦੇ ਉੱਪਰ ਆ ਗਈ। ਇਹ ਗੱਲ ਆਰਟੀਕਲ 361 ਦੇ ਵਿੱਚ ਕਹੀ ਗਈ ਹੈਗੀ। ਫਿਰ ਆ ਗਈ ਆਪਣੇ ਆਰਟੀਕਲ 15 ਕੀ ਇਹਦੇ ਵਿੱਚ ਕਹਿੰਦਾ ਧਰਮ, ਜਾਤੀ, ਲਿੰਗ, ਜਨਮ ਦੇ ਆਧਾਰ 'ਤੇ ਕਿਸੇ ਨਾਲ ਵੀ ਭੇਦਭਾਵ ਨਹੀਂ ਕੀਤਾ ਜਾ ਸਕਦਾ। ਹਰ ਇੱਕ ਇਨਸਾਨ, ਫਿਰ ਉਹੀ ਗੱਲ ਆ ਗਈ, ਸਾਰੇ ਕੀ ਆ ਕਾਨੂੰਨ ਦੇ ਸਾਹਮਣੇ ਬਰਾਬਰ ਹੈਗੇ, ਸਾਰੇ ਸਮਾਨ ਹੈਗੇ, ਹਰ ਇੱਕ ਧਰਮ ਸਮਾਨ ਆ, ਹਰ ਇੱਕ ਜਾਤੀ ਸਮਾਨ ਆ, ਕੋਈ ਜਾਤੀ ਵੱਡੀ ਛੋਟੀ ਨਹੀਂ, ਹਰ ਇੱਕ ਲਿੰਗ ਸਮਾਨ ਆ। ਮਤਲਬ ਕਿ ਕੀ ਹੈਗਾ, ਆਰਟੀਕਲ 15 ਇਹੀ ਕਹਿੰਦਾ ਹੈਗਾ, ਕੋਈ ਆਪਾਂ ਭੇਦਭਾਵ ਨਹੀਂ ਕਰ ਸਕਦੇ ਗੇ। ਆਰਟੀਕਲ 16 ਕੀ ਕਹਿੰਦਾ ਹੈਗਾ ਕਿ ਦੇਸ਼ ਦੇ ਸਭ ਨਾਗਰਿਕਾਂ ਲਈ ਨੌਕਰੀਆਂ ਦੇ ਮੌਕੇ ਬਰਾਬਰ ਮਿਲਦੇ ਹੈਗੇ, ਪ੍ਰਦਾਨ ਹੋਣਗੇ। ਇਹ ਨਹੀਂ ਹੈਗਾ ਕਿ ਪੰਜਾਬ ਦਿਆਂ ਨੂੰ ਘੱਟ ਮੌਕੇ ਮਿਲਣਗੇ, ਹਰਿਆਣੇ ਦਿਆਂ ਨੂੰ ਵੱਧ। ਨੌਕਰੀਆਂ ਲਈ ਸਭ ਲਈ ਬਰਾਬਰ ਮੌਕੇ ਪ੍ਰਦਾਨ ਹੋਣਗੇ। ਆਰਟੀਕਲ 17 ਆ ਗਿਆ ਛੂਆ-ਛਾਤ ਦਾ ਖਾਤਮਾ। ਮਤਲਬ ਕਿ ਕੀ ਹੈਗਾ, ਜੇ ਕਿ ਆਪਾਂ ਕਹਿ ਨਹੀਂ ਸਕਦੇ ਜਿਵੇਂ ਪਹਿਲਾਂ ਵਾਲੇ ਸਮਿਆਂ 'ਚ ਕੀ ਹੁੰਦਾ ਸੀਗਾ, ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਮੁਗਲਾਂ ਦੇ ਸਮੇਂ, ਉਦੋਂ ਕੀ ਹੁੰਦਾ ਸੀਗਾ, ਛੂਆ-ਛਾਤ ਹੁੰਦਾ, ਉਹਨੂੰ ਗਰੀਬ ਸ਼ੂਦਰ ਆਪਾਂ ਪੜ੍ਹਦੇ ਸੀਗੇ, ਸ਼ੂਦਰ ਸਮਝਿਆ ਜਾਂਦਾ ਸੀਗਾ, ਉਹਦੇ ਲਈ ਬਰਤਨ ਅਲੱਗ ਰੱਖੇ ਜਾਂਦੇ ਸਨ। ਹਰ ਇੱਕ ਚੀਜ਼ਾਂ ਕੀ ਆ, ਇਹ ਛੂਆ-ਛਾਤ ਦਾ ਖਾਤਮਾ ਕਹਿੰਦਾ ਕਿ ਹਰ ਇੱਕ ਇਨਸਾਨ ਬਰਾਬਰ ਹੈਗੇ, ਕੋਈ ਵੀ ਵੱਡਾ ਛੋਟਾ ਨਹੀਂ ਹੈਗਾ। ਆਰਟੀਕਲ 18 ਇਹ ਕੀ ਕਹਿੰਦਾ, ਉਪਾਧੀਆਂ ਨੂੰ ਖਤਮ ਕਰਦਾ ਹੈਗਾ। ਫਿਰ ਆ ਗਿਆ ਆਪਣਾ ਨੈਕਸਟ ਕੀ ਹੈਗਾ, ਸੁਤੰਤਰਤਾ ਦਾ ਅਧਿਕਾਰ। ਇਹਦੇ ਵਿੱਚ ਕਿੰਨੇ ਲਈ ਤੋਂ ਆ ਗਿਆ, ਆਰਟੀਕਲ 19 ਤੋਂ ਲੈ ਕੇ 22 ਤੱਕ। 19 ਆਰਟੀਕਲ ਦੇ ਅਨੁਸਾਰ ਕੀ ਆਪਾਂ ਨੂੰ 6 ਪ੍ਰਕਾਰ ਦੀ ਸੁਤੰਤਰਤਾ ਮਿਲਦੀ ਆ। ਕਿਹੜੀ ਮਿਲਦੀ ਹੈਗੀ, ਬੋਲਣ ਦੀ ਸੁਤੰਤਰਤਾ, ਆਪਾਂ ਕਿਤੇ ਵੀ ਬੋਲ ਸਕਦੇ ਹਾਂ, ਕੁਛ ਵੀ ਬੋਲ ਸਕਦੇ ਹਾਂ। ਇਹ ਨਹੀਂ ਹੈਗਾ ਕਿ ਕੋਈ ਤੁਹਾਨੂੰ ਦੂਸਰਾ ਬੰਦਾ ਕਹਿ ਦੇ ਤੂੰ ਜ਼ਿਆਦਾ ਕਿਉਂ ਭਾਈ ਬੋਲ ਰਿਹਾ ਹੈਗਾ। ਫਿਰ ਆ ਗਿਆ ਸ਼ਾਂਤੀਪੂਰਨ ਢੰਗ ਨਾਲ ਇਕੱਠੇ ਹੋਣ ਦੀ ਸੁਤੰਤਰਤਾ। ਆਪਾਂ ਕਿਤੇ ਵੀ ਆਪਣਾ ਸ਼ਾਂਤਮਈ ਤਰੀਕੇ ਨਾਲ ਇਕੱਠੇ ਹੋ ਸਕਦੇ ਹੈਗੇ। ਸਭਾ ਅਤੇ ਸਮੂਹ ਬਣਾਉਣ ਦੀ ਸੁਤੰਤਰਤਾ ਹੈਗੀ। ਭਾਰਤ 'ਚ ਕਿਤੇ ਵੀ ਆਉਣ ਜਾਣ ਦੀ ਸੁਤੰਤਰਤਾ, ਤੁਹਾਨੂੰ ਤੁਸੀਂ ਕਿਸੇ ਵੀ ਸਟੇਟ 'ਚ ਆ ਸਕਦੇ, ਕਿਸੇ ਵੀ ਦੂਸਰੀ ਸਟੇਟ 'ਚ, ਜਾਂ ਕਿਤੇ ਵੀ ਤੁਸੀਂ ਭਾਰਤ ਦੇ ਵਿੱਚ ਘੁੰਮ ਸਕਦੇ ਹੈਗੇ। ਤੁਹਾਨੂੰ ਇਹ ਨਹੀਂ ਕਹਿੰਦਾ ਤੂੰ ਉਹ ਸਟੇਟ ਤੋਂ ਆਇਆ ਗਾ, ਤੁਹਾਨੂੰ ਹਰ ਇੱਕ ਜਗ੍ਹਾ ਘੁੰਮਣ ਦੀ ਸੁਤੰਤਰਤਾ ਪ੍ਰਾਪਤ ਆ ਗਈ।
ਤੁਹਾਨੂੰ ਕਿਤੇ ਵੀ ਨਿਵਾਸ ਕਰਨ ਦੀ ਤੁਸੀਂ ਰਹਿ ਸਕਦੇ ਹੈਗੇ। ਤੁਹਾਨੂੰ ਦੇਸ਼ ਦੇ ਵਿੱਚ ਕਿਤੇ ਵੀ ਰੁਜ਼ਗਾਰ ਪ੍ਰਾਪਤ ਕਰਨ ਦੀ ਸੁਤੰਤਰਤਾ ਹੈਗੀ। ਇਹ ਨਹੀਂ ਹੈਗਾ ਤੁਸੀਂ ਦਿੱਲੀ ਜਾ ਕੇ ਕੰਮ ਨਹੀਂ ਕਰ ਸਕਦੇ, ਤੁਸੀਂ ਹਰਿਆਣੇ 'ਚ ਨਹੀਂ, ਕੇਰਲਾ 'ਚ ਨਹੀਂ, ਤੁਸੀਂ ਹਰ ਇੱਕ ਸਟੇਟ ਦੇ ਵਿੱਚ ਜਾ ਕੇ ਆਪਣਾ ਕੰਮ ਕਰ ਸਕਦੇ ਹੋਗੇ। ਆਰਟੀਕਲ 20 ਅਪਰਾਧ ਦੇ ਦੋਸ਼ ਵਿਰੁੱਧ ਅਧਿਕਾਰ। ਕੋਈ ਤੁਹਾਡੇ 'ਤੇ ਕੋਈ ਵੀ ਅਪਰਾਧ ਲੱਗ ਗਿਆ, ਤੁਸੀਂ ਉਹਨੂੰ ਮਤਲਬ ਕਿ ਤੁਸੀਂ ਉਹਦਾ ਵਿਰੋਧ ਕਰ ਸਕਦੇ ਹੋਗੇ। ਇਹ ਤੁਹਾਨੂੰ ਅਧਿਕਾਰ ਹੈਗਾ ਗਾ। ਆਰਟੀਕਲ 21 ਮਤਲਬ ਕਿ 20A ਇਹਨੂੰ ਕੀ ਹੈ, ਵਿਅਕਤੀ ਨੂੰ ਅਪਰਾਧ ਦੇ ਸਮੇਂ ਵਿਵਸਥੀ ਅਨੁਸਾਰ ਹੀ ਸਜ਼ਾ ਮਿਲੇਗੀ। ਮਤਲਬ ਕਿ ਕੀ ਹੈਗਾ, ਇਹ ਨਹੀਂ ਹੋਏਗਾ ਗਾ ਕਿ ਬੰਦੇ ਨੇ ਚੋਰੀ ਕੀਤੀ ਹੈ ਪਰ ਉਹਨੂੰ ਕਤਲ ਦੀ ਸਜ਼ਾ ਮਿਲ ਜੇ। ਉਹਨੂੰ ਜਿਹੜਾ ਅਪਰਾਧ ਕੀਤਾ ਉਹੀ ਸਜ਼ਾ ਉਹਨੂੰ ਮਿਲੂਗੀ। ਆਰਟੀਕਲ 22 ਆਪਣੇ ਖਿਲਾਫ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਕੋਈ ਵੀ ਤੁਹਾਨੂੰ ਮਤਲਬ ਕਿ ਚਾਹੇ ਪੁਲਿਸ ਕਹਿ ਲਓ, ਕੋਈ ਵੀ ਸਿਕਿਉਰਿਟੀ ਸਿਸਟਮ ਹੈਗਾ, ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਭਾਈ ਤੂੰ ਆਪਦੇ ਖਿਲਾਫ ਗਵਾਹੀ ਦੇ। ਤੂੰ ਇਹ ਨਾ ਕਹਿ ਵੀ ਮੈਂ ਹੀ ਕਤਲ ਕੀਤਾ, ਚਾਹੇ ਤੂੰ ਨਹੀਂ ਕੀਤਾ ਗਾ, ਤੁਸੀਂ ਕਤਲ ਨਹੀਂ ਕੀਤਾ ਗਾ ਜਾਂ ਕੋਈ ਵੀ ਚੋਰੀ ਨਹੀਂ ਕੀਤੀ, ਕੁਛ ਵੀ ਨਹੀਂ ਕੀਤਾ ਗਾ, ਤਾਂ ਤੁਹਾਨੂੰ ਇਹ ਨਹੀਂ ਕਹਿ ਸਕਦੇ, ਹਾਂ ਤੁਹਾਨੂੰ ਧੱਕੇ ਨਾਲ ਨਹੀਂ ਮਨਾ ਸਕਦੇ, ਤੂੰ ਭਾਈ ਆਪਦੇ ਖਿਲਾਫ ਗਵਾਹੀ ਦੇ। ਆਰਟੀਕਲ 23 ਕੀ ਕਹਿੰਦਾ, ਇੱਕ ਵਾਰ ਇੱਕ ਜੁਰਮ ਦੀ ਸਜ਼ਾ ਹੀ ਮਿਲੂਗੀ। ਉਹਨੂੰ ਨੈਕਸਟ ਸਜ਼ਾ ਉਹਦੀ ਜਦੋਂ ਉਹਨੇ ਦੋ ਕੋਈ ਅਪਰਾਧ ਕੀਤੇ ਹੈਗੇ, ਪਹਿਲਾਂ ਉਹਨੂੰ ਇੱਕ ਦੀ ਸਜ਼ਾ ਭੁਗਤਣੀ ਪਵੇਗੀ, ਫਿਰ ਉਹਨੂੰ ਦੂਜੀ ਸਟਾਰਟ ਹੋਵੇਗੀ। ਨੈਕਸਟ ਆਰਟੀਕਲ 21 ਇਹ ਕਹਿੰਦਾ ਕਿ ਕੋਈ ਵੀ ਵਿਅਕਤੀ ਆਪਦੀ ਇੱਛਾ ਦੇ ਅਨੁਸਾਰ ਜੀ ਸਕਦਾ ਗਾ, ਆਪਦੀ ਨਿੱਜੀ ਸੁਤੰਤਰਤਾ ਬਣਾਈ ਰੱਖ ਸਕਦਾ ਗਾ, ਆਪਦੀ ਮਰਜ਼ੀ ਦੇ ਅਨੁਸਾਰ ਉਹ ਜੀ ਸਕਦਾ ਗਾ। ਆਰਟੀਕਲ 21 ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆਰਟੀਕਲ ਹੈਗਾ। ਇਹਦੇ ਅਨੁਸਾਰ ਕੀ ਹੈਗਾ, ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ। 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਗਾ। ਕਿ ਕੀ ਇਹਦੇ ਵਿੱਚ 6 ਤੋਂ 14 ਸਾਲ ਤੱਕ ਦੇ ਬੱਚੇ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਮਤਲਬ ਕਿ ਦੇਣੀ ਹੈਗੀ। ਇਹ ਕੀ ਹੈਗਾ, ਇਹ ਅਮੈਂਡਮੈਂਟ ਹੋਈ ਸੀਗੀ 2002 ਦੇ ਵਿੱਚ, 86ਵੀਂ ਇਹ ਅਮੈਂਡਮੈਂਟ ਹੋਈ ਸੀਗੀ। ਉਦੋਂ ਕੀ ਹੋਇਆ ਸੀਗਾ, ਇਹਦੇ ਵਿੱਚ ਇਹ ਲੈ ਕੇ ਆਏ ਸੀਗੇ ਕਿ 6 ਤੋਂ 14 ਸਾਲ ਤੱਕ ਦੇ ਬੱਚੇ ਨੂੰ, ਹਰ ਇੱਕ ਬੱਚੇ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਮਿਲਣ ਦਾ ਅਧਿਕਾਰ ਹੈਗਾ ਗਾ। ਨੈਕਸਟ ਮੌਲਿਕ ਅਧਿਕਾਰ ਆ ਜਿਹੜੇ ਆਪਣੇ ਆਰਟੀਕਲ 20, 21 ਅਤੇ 21A, ਜਦੋਂ ਆਪਣੀ ਕੋਈ ਵੀ ਅਮੈਂਡਮੈਂਟ ਮਤਲਬ ਕਿ ਐਮਰਜੈਂਸੀ ਲੱਗਦੀ ਹੈਗੀ ਬਾਈ ਚਾਂਸ ਦੇਸ਼ ਦੇ ਵਿੱਚ, ਤਾਂ ਉਦੋਂ ਇਹ ਆਪਣਾ ਕੀ ਹੈਗਾ ਖਤਮ, ਇਹ ਆਰਟੀਕਲ ਨਹੀਂ ਹੁੰਦੇ। ਬਾਕੀ ਸਾਰੇ ਤੁਹਾਡੇ ਖਤਮ ਹੋ ਜਾਂਦੇ ਆ, ਪਰ ਇਹ ਤਿੰਨ ਅਜਿਹੇ ਹੈਗੇ ਕਿ ਜਿਹੜੇ ਤਿੰਨੇ ਖਤਮ ਨਹੀਂ ਹੁੰਦੇ। ਆਰਟੀਕਲ 22 ਇਹਦੇ ਅਨੁਸਾਰ ਤੁਸੀਂ ਕੁਝ ਕੁ ਮਾਮਲਿਆਂ ਤੁਰੰਤ ਗ੍ਰਿਫਤਾਰੀ ਤੋਂ ਬਚ ਸਕਦੇ ਹੈਗੇ। ਜਿਵੇਂ ਕੁਛ ਕੁ ਮਾਮਲੇ ਤੁਸੀਂ ਉਹਦੇ ਵਿੱਚ ਇਹ ਨਹੀਂ ਤੁਹਾਨੂੰ ਪੁਲਿਸ ਨਾਲ ਦੀ ਨਾਲ ਫੜ ਕੇ ਗ੍ਰਿਫਤਾਰ ਕਰਕੇ ਲਿਜਾ ਸਕਦੇ ਆ, ਪਰ ਕੁਛ ਕੁ ਮਾਮਲੇ ਹੈਗੇ ਆ ਜਿਨ੍ਹਾਂ 'ਚ ਤੁਹਾਨੂੰ ਆਪਦੀ ਸਫਾਈ ਦੇਣ ਦਾ ਮੌਕਾ ਮਿਲਦਾ ਗਾ, ਤੁਹਾਨੂੰ ਕਰੰਟ ਦੇ ਵਿੱਚ ਗ੍ਰਿਫਤਾਰ ਨਹੀਂ ਕਰ ਸਕਦੀ ਪੁਲਿਸ। ਨੈਕਸਟ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਇਹ ਹੈਗਾ ਆਰਟੀਕਲ 23 ਅਤੇ 24। ਆਰਟੀਕਲ 23 ਦੇ ਵਿੱਚ ਕੀ ਹੈਗਾ, ਕਿਸੇ ਵੀ ਮਨੁੱਖ ਨੂੰ ਖਰੀਦਣਾ, ਵੇਚਣਾ, ਬੰਦੀ ਬਣਾ ਕੇ ਕੰਮ ਕਰਾਉਣਾ ਕੀ ਹੈਗਾ, ਗੈਰ ਕਾਨੂੰਨੀ ਹੈਗਾ। ਆਰਟੀਕਲ 24 ਇਹਦੇ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖਾਨਿਆਂ ਅਤੇ ਖਾਨਾਂ ਦੇ ਵਿੱਚ ਕੰਮ ਕਰਾਉਣਾ ਕੀ ਹੈਗਾ, ਗੈਰ ਕਾਨੂੰਨੀ ਹੈਗਾ। ਨੈਕਸਟ ਧਾਰਮਿਕ ਸੁਤੰਤਰਤਾ ਅਧਿਕਾਰ, ਆਰਟੀਕਲ 25 ਤੋਂ ਲੈ ਕੇ 28 ਤੱਕ। ਆਰਟੀਕਲ 25 ਕੀ ਕਹਿੰਦਾ, ਵਿਅਕਤੀਗਤ ਦੀ ਹਰੇਕ ਵਿਅਕਤੀ ਦੀ ਆਪਣੀ ਆਪਣੀ ਧਾਰਮਿਕ ਸੁਤੰਤਰਤਾ ਹੁੰਦੀ ਹੈਗੀ। ਹਰ ਇੱਕ ਵਿਅਕਤੀ ਆਪਣਾ ਕਿਸੇ ਵੀ ਧਰਮ ਨੂੰ ਮੰਨ ਸਕਦਾ ਗਾ। ਆਰਟੀਕਲ 26 ਇਹਦੇ ਵਿੱਚ ਕੀ ਹੈਗਾ, ਗਰੁੱਪ ਦੇ ਵਿੱਚ ਧਾਰਮਿਕ ਸੁਤੰਤਰਤਾ, ਜਿਵੇਂ ਸਮੂਹਿਕ ਧਾਰਮਿਕ ਸੁਤੰਤਰਤਾ। ਆਰਟੀਕਲ 27 ਇਹਦੇ ਅਨੁਸਾਰ ਧਾਰਮਿਕ ਟੈਕਸਾਂ ਤੋਂ ਆਜ਼ਾਦੀ ਦਿੱਤੀ ਗਈ ਹੈਗੀ। ਕਿਸੇ ਵੀ ਧਾਰਮਿਕ ਉੱਪਰ ਮਤਲਬ ਕਿ ਚੀਜ਼ ਉੱਪਰ ਤੁਹਾਨੂੰ ਟੈਕਸ ਨਹੀਂ ਪਵੇਗਾ, ਜਿਵੇਂ ਕਿ ਮੰਦਰਾਂ, ਮਸਜਿਦਾਂ, ਚਰਚਾਂ, ਗੁਰਦੁਆਰੇ, ਇਹਨਾਂ ਉੱਪਰ ਟੈਕਸ ਨਹੀਂ ਪੈਂਦਾ ਗਾ। ਆਰਟੀਕਲ 28 ਕਿ ਸਰਕਾਰੀ ਸੰਸਥਾਵਾਂ ਵਿੱਚ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾ ਸਕਦੀ ਗੀ। ਮਤਲਬ ਕਿ ਸਪੈਸ਼ਲ ਕੋਈ ਵੀ ਮਤਲਬ ਇਹ ਨਹੀਂ ਹੈਗਾ ਗਾ, ਜਿਵੇਂ ਕਿ ਆਪਣੇ ਸਕੂਲ ਲਾ ਲਓ, ਕੋਈ ਵੀ ਸਰਕਾਰੀ ਸਕੂਲ ਲਾ ਲਓ, ਉੱਥੇ ਇਹ ਨਹੀਂ ਹੈਗਾ ਗਾ, ਜਾਂ ਕੋਈ ਦਫ਼ਤਰ ਲਾ ਲਓ, ਉੱਥੇ ਤੁਹਾਨੂੰ ਸਪੈਸ਼ਲ ਧਰਮ ਬਾਰੇ ਹੀ ਦੱਸਿਆ ਜਾਵੇ, ਭਾਈ ਇਹੀ ਧਰਮ ਤੁਸੀਂ ਅਪਣਾਉਣਾ ਗਾ, ਇਹੀ ਧਰਮ ਤੁਹਾਡੇ ਦਿਮਾਗ ਦੇ ਵਿੱਚ ਚੀਜ਼ ਭਰੀ ਜਾਵੇ, ਕੀ ਹੈਗਾ, ਗੈਰ ਕਾਨੂੰਨੀ ਹੈਗਾ। ਆਰਟੀਕਲ 28(3) ਇਹਦੇ ਅਨੁਸਾਰ ਕੀ ਹੈਗਾ, ਤਾਂ ਵਿਦਿਅਕ ਸੰਸਥਾਵਾਂ ਵਿੱਚ ਮਤਲਬ ਕਿ ਵਿਅਕਤੀ ਦੀ ਇੱਛਾ ਦੇ ਵਿਰੁੱਧ ਉਹਨੂੰ ਧਾਰਮਿਕ ਸਿੱਖਿਆ ਨਹੀਂ ਦਿੱਤੀ। ਜੇਕਰ ਕੋਈ ਵਿਅਕਤੀ ਇਹ ਸਿੱਖਿਆ ਨਹੀਂ ਲੈਣਾ ਚਾਹੁੰਦਾ ਤਾਂ ਉਹਨੂੰ ਉਹਦੀ ਇੱਛਾ ਦੇ ਵਿਰੁੱਧ ਸਿੱਖਿਆ ਨਹੀਂ ਦਿੱਤੀ ਜਾ ਸਕਦੀ।
ਫਿਰ ਆ ਗਿਆ ਸੰਸਕ੍ਰਿਤ ਅਤੇ ਵਿੱਦਿਅਕ ਅਧਿਕਾਰ, ਇਹ ਆ ਗਿਆ ਆਰਟੀਕਲ 29 ਤੇ 30। ਇਹ ਦੋਨੇ ਅਲਪ ਸੰਖਿਅਕਾਂ ਨੂੰ ਦਿੱਤੇ ਗਏ ਹੈਗੇ। ਆਰਟੀਕਲ 29 ਇਹਦੇ ਅਨੁਸਾਰ ਕੀ ਆ, ਅਲਪ ਸੰਖਿਅਕ ਆਪਣੀ ਭਾਸ਼ਾ, ਲਿਪੀ, ਪਹਿਰਾਵੇ ਨੂੰ ਸੁਰੱਖਿਅਤ ਰੱਖ ਸਕਦਾ। ਜਿਵੇਂ ਕਿ ਕਬੀਲਾਈ ਲੋਕ ਆਗੇ, ਉਹ ਆਪਦੀ ਭਾਸ਼ਾ, ਲਿਪੀ ਨੂੰ ਅਤੇ ਪਹਿਰਾਵੇ ਨੂੰ ਸੁਰੱਖਿਅਤ ਰੱਖ ਸਕਦੇ, ਉਹਨਾਂ ਨੂੰ ਇਹ ਅਧਿਕਾਰ ਹੈਗਾ ਗਾ। ਆਰਟੀਕਲ 30 ਇਹਦੇ ਅਨੁਸਾਰ ਅਲਪ ਸੰਖਿਅਕ ਆਪਣੇ ਵਿੱਦਿਅਕ ਅਦਾਰੇ ਚਲਾ ਸਕਦਾ, ਜਿਵੇਂ ਕਿ ਸੈਂਟ ਜ਼ੇਵੀਅਰ ਸਕੂਲ ਆ ਗਏ। ਆਰਟੀਕਲ 31 ਸੰਪੱਤੀ ਦਾ ਅਧਿਕਾਰ ਸੀਗਾ, ਇਹਨੂੰ 1978 ਦੇ ਵਿੱਚ ਹਟਾਤਾ ਸੀਗਾ ਅਤੇ ਕਾਨੂੰਨੀ ਅਧਿਕਾਰ ਬਣਾਤਾ ਸੀਗਾ। ਕਿਹੜੇ ਆਰਟੀਕਲ ਦੇ ਅਕੋਰਡਿੰਗ? 300A ਆਰਟੀਕਲ ਦੇ ਅਕੋਰਡਿੰਗ। ਫਿਰ ਆ ਗਿਆ ਆਰਟੀਕਲ 32, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਇਹਦੇ 'ਚ ਕੀ ਹੈਗਾ, ਕਹਿੰਦਾ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਜਦੋਂ ਜਿੰਨੇ ਵੀ ਆਪਣੇ ਮੌਲਿਕ ਅਧਿਕਾਰ ਹੈਗੇ, ਇਹਨਾਂ ਨੂੰ ਕੋਈ ਹਾਨੀ ਪਹੁੰਚਾਉਂਦਾ ਤਾਂ ਤੁਸੀਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਸਿੱਧਾ ਜਾ ਸਕਦੇ ਹੋ, ਉੱਥੇ ਤੁਸੀਂ ਆਪਣੇ ਰਿਟ ਜਾਰੀ ਕਰ ਸਕਦੇ ਹੈਗੇ। ਇਹ ਆਰਟੀਕਲ 32 ਕਹਿੰਦਾ ਗਾ। ਸੋ ਡਾਕਟਰ ਭੀਮ ਰਾਓ ਅੰਬੇਦਕਰ ਨੇ ਆਰਟੀਕਲ 32 ਨੂੰ ਸੰਵਿਧਾਨ ਦੀ ਆਤਮਾ ਕਿਹਾ ਗਾ। ਸੋ ਹੋਰ ਕੀ ਮਹੱਤਵ ਹੈਗਾ, ਇਹਨਾਂ ਨੂੰ ਇਹ ਭਾਗ ਤੀਜੇ 'ਚ ਸ਼ਾਮਲ ਆ ਅਤੇ ਇਹਨਾਂ ਨੂੰ ਕੀ ਕਿਹਾ ਜਾਂਦਾ ਗਾ, ਮੈਗਨਾ ਕਾਰਟਾ ਵੀ ਕਿਹਾ ਜਾਂਦਾ। ਇਹ ਵੀ ਪੇਪਰ ਦੇ ਵਿੱਚ ਕਈ ਵਾਰ ਪੁੱਛਿਆ ਜਾਂਦਾ ਗਾ ਕਿ ਮੌਲਿਕ ਅਧਿਕਾਰਾਂ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ, ਇਹਨਾਂ ਨੂੰ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਗਾ। ਸੋ ਇਹ ਸੀ ਆਪਣਾ ਕਨਸੈਪਟ। ਹੁਣ ਆਪਾਂ ਇਹਨਾਂ ਨਾਲ ਰਿਲੇਟਡ MCQs ਦੇਖਦੇ ਹੈਗੇ। ਜਿਵੇਂ ਕਿ ਪਹਿਲਾ ਗਾ, ਸੰਵਿਧਾਨ ਦੇ ਕਿਹੜੇ ਭਾਗ ਵਿੱਚ ਮੌਲਿਕ ਅਧਿਕਾਰਾਂ ਦਾ ਜ਼ਿਕਰ ਕੀਤਾ ਗਿਆ? ਪਹਿਲੇ 'ਚ, ਦੂਜੇ 'ਚ, ਤੀਜੇ 'ਚ ਜਾਂ ਚੌਥੇ 'ਚ? ਸੋ ਇਹ ਜ਼ਿਕਰ ਕੀਤਾ ਗਿਆ ਹੈਗਾ ਭਾਗ 3 ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਕਿੰਨੇ ਆਪਣੇ ਮੌਲਿਕ ਅਧਿਕਾਰ ਆ ਕਰੰਟ ਦੇ ਵਿੱਚ? 6 ਕਿੱਥੋਂ ਲਏ ਗਏ ਆ? ਇਹ USA ਤੋਂ ਲਏ ਗਏ ਹੈਗੇ। ਨੈਕਸਟ, ਮੂਲ ਸੰਵਿਧਾਨ ਵਿੱਚ ਕੁੱਲ ਕਿੰਨੀਆਂ ਅਨੁਸੂਚੀਆਂ ਆਈਆਂ? 6, 8, 10 ਜਾਂ 12? ਮੂਲ ਸੰਵਿਧਾਨ ਦੇ ਵਿੱਚ ਕਿੰਨੀਆਂ ਅਨੁਸੂਚੀਆਂ ਸਨ? ਤਾਂ ਇਹ ਸਨ 8 ਅਤੇ ਹੁਣ ਕਿੰਨੀਆਂ ਹੋ ਗਈਆਂ? 4 ਬਾਅਦ ਵਿੱਚ ਐਡ ਹੋਈਆਂ, ਤਾਂ ਫਿਰ ਟੋਟਲ ਕਿੰਨੀਆਂ ਹੋ ਗਈਆਂ? 12। ਇਹ ਕਾਹਦੇ 'ਚ ਆ? ਵਰਤਮਾਨ ਦੇ ਵਿੱਚ। ਨੈਕਸਟ, ਕਿਸ ਦੇਸ਼ ਤੋਂ ਮੌਲਿਕ ਅਧਿਕਾਰ ਲਏ ਗਏ ਹਨ? UK, USA, ਰੂਸ ਜਾਂ ਜਾਪਾਨ? ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਆਨਸਰ ਦੱਸਣਾ ਕਿ ਕਿੱਥੋਂ ਇਹ ਆਪਣੇ ਮੌਲਿਕ ਅਧਿਕਾਰ ਅਡੋਪਟ ਕੀਤੇ ਗਏ ਹੈਗੇ। ਨੈਕਸਟ, ਸੰਵਿਧਾਨ ਦੀ ਕਿਹੜੀ ਅਮੈਂਡਮੈਂਟ ਰਾਹੀਂ ਇੱਕ ਨਵਾਂ ਆਰਟੀਕਲ ਜੋੜਿਆ ਗਿਆ ਸੀ? ਆਰਟੀਕਲ 21A। ਇਹ ਕਿਹੜੀ ਅਮੈਂਡਮੈਂਟ ਰਾਹੀਂ ਜੋੜਿਆ ਗਿਆ ਸੀ? 84ਵੀਂ, 86ਵੀਂ, 88ਵੀਂ ਜਾਂ 90ਵੀਂ? ਸੋ ਇਹ ਜੋੜਿਆ ਗਿਆ ਸੀਗਾ 86ਵੀਂ ਅਮੈਂਡਮੈਂਟ ਰਾਹੀਂ ਇਹ ਜੋੜਿਆ ਗਿਆ ਸੀਗਾ। ਕਦੋਂ ਹੋਈ ਸੀਗੀ ਇਹ ਅਮੈਂਡਮੈਂਟ? 2002 ਦੇ ਵਿੱਚ ਹੋਈ ਸੀਗੀ। ਕੀ ਸੀਗਾ ਇਹਦਾ? 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣਾ ਹੈਗਾ ਸੀਗਾ। ਨੈਕਸਟ, ਮਨੁੱਖੀ ਅਧਿਕਾਰਾਂ ਦੇ ਵਿਸ਼ਵ ਵਿਆਪੀ ਘੋਸ਼ਣਾ ਪੱਤਰ ਦੀ ਕਿਹੜੀ ਧਾਰਾ ਦੱਸਦੀ ਹੈ ਕਿ ਰਾਸ਼ਟਰੀਅਤਾ ਦਾ ਅਧਿਕਾਰ ਵਿਅਕਤੀ ਦੀ ਇੱਛਾ 'ਤੇ ਨਿਰਭਰ ਕਰਦਾ ਗਾ ਅਤੇ ਹਰ ਇੱਕ ਨੂੰ ਕੌਮੀਅਤ ਦਾ ਅਧਿਕਾਰ ਹੈਗਾ ਗਾ? ਕਿਹੜਾ ਆਰਟੀਕਲ ਕਹਿੰਦਾ? 15, 20, 25 ਜਾਂ 30? ਇਹ ਕਹਿੰਦਾ ਆਰਟੀਕਲ 15। ਮਤਲਬ ਕਿ ਕੀ ਹੈਗਾ, ਹਰ ਇੱਕ ਦੀ ਆਪਣੀ ਆਪਣੀ ਇੱਛਾ ਦੇ ਅਨੁਸਾਰ ਬੰਦਾ ਜੀ ਸਕਦਾ, ਚਾਹੇ ਕੋਈ ਵੀ ਧਰਮ, ਜਾਤੀ, ਲਿੰਗ ਦਾ ਹੋਵੇ। ਨੈਕਸਟ, ਕਿਹੜੀ ਸੰਵਿਧਾਨਿਕ ਸੋਧ ਰਾਹੀਂ ਸਿੱਖਿਆ ਨੂੰ ਰਾਜ ਸੂਚੀ ਤੋਂ ਸਮਵਰਤੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀਗਾ? 41ਵੀਂ ਅਮੈਂਡਮੈਂਟ ਰਾਹੀਂ, 42ਵੀਂ, 43ਵੀਂ ਜਾਂ 44ਵੀਂ ਰਾਹੀਂ? ਇਹ ਕੀਤਾ ਗਿਆ ਸੀਗਾ 42ਵੀਂ ਅਮੈਂਡਮੈਂਟ ਦੇ ਰਾਹੀਂ। ਕਦੋਂ ਹੋਈ ਸੀਗੀ ਇਹ? 1976 ਦੇ ਵਿੱਚ ਹੋਈ ਸੀ। ਕਿਹਨੇ ਕਰਾਈ ਸੀ? ਇੰਦਰਾ ਗਾਂਧੀ ਨੇ ਇਹ ਅਮੈਂਡਮੈਂਟ ਕਰਾਈ ਸੀਗੀ। ਇਸ ਅਮੈਂਡਮੈਂਟ ਨੂੰ ਮਿੰਨੀ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਗਾ ਜਾਂ ਛੋਟਾ ਸੰਵਿਧਾਨ ਕਿਹਾ ਜਾਂਦਾ, ਕਿਉਂਕਿ ਇਸ ਅਮੈਂਡਮੈਂਟ ਦੇ ਵਿੱਚ ਬਹੁਤ ਸਾਰੀਆਂ ਅਮੈਂਡਮੈਂਟਾਂ ਹੋਈਆਂ ਸਨ। ਸੋ 42ਵੀਂ ਅਮੈਂਡਮੈਂਟ ਰਾਹੀਂ ਸਿੱਖਿਆ ਨੂੰ ਸਮਵਰਤੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ। ਨੈਕਸਟ, ਕਿਸ ਸੰਵਿਧਾਨਿਕ ਸੋਧ ਦੇ ਦੁਆਰਾ ਭਾਰਤੀ ਸੰਵਿਧਾਨ ਵਿੱਚ 9ਵੀਂ ਅਨੁਸੂਚੀ ਜੋੜੀ ਗਈ? ਪਹਿਲੀ, ਦੂਜੀ, ਤੀਜੀ ਜਾਂ 5ਵੀਂ ਦੇ ਵਿੱਚ? ਸੋ ਇਹ ਜੋੜੀ ਗਈ ਸੀਗੀ ਪਹਿਲੀ ਦੇ ਵਿੱਚ। ਕਦੋਂ ਜੋੜੀ ਗਈ ਸੀ? 1951 ਦੇ ਵਿੱਚ ਇਹ ਜੋੜੀ ਗਈ ਸੀ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਆਦੇਸ਼ ਅਦਾਲਤ ਬੁਨਿਆਦੀ ਅਧਿਕਾਰਾਂ ਨੂੰ ਲਾਗੂ ਕਰਨ ਮਤਲਬ ਕਿ ਜਾਰੀ ਕਰ ਸਕਦਾ ਗਾ? ਡਿਕਰੀ, ਰਿਟ, ਬਿੱਲ ਜਾਂ ਨੋਟੀਫਿਕੇਸ਼ਨ?
ਸੋ ਅਦਾਲਤ ਕੀ ਹੈ, ਜੇ ਕੋਈ ਤੁਹਾਡੇ ਬੁਨਿਆਦੀ ਅਧਿਕਾਰਾਂ ਨੂੰ ਠੇਸ ਪਹੁੰਚਾਉਂਦਾ ਤਾਂ ਉਦੋਂ ਕੀ ਹੈਗਾ, ਅਦਾਲਤ ਇੱਕ ਰਿਟ ਜਾਰੀ ਕਰ ਸਕਦੀ ਹੈਗੀ। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ, ਹਾਈ ਕੋਰਟ ਅਤੇ ਸੁਪਰੀਮ ਕੋਰਟ ਦੁਆਰਾ ਕਿਹੜੇ ਐਕਟ ਅਤੇ ਨਿਯਮਾਂ ਨੂੰ ਗੈਰ ਸੰਵਿਧਾਨਕ ਘੋਸ਼ਿਤ ਨਹੀਂ ਕੀਤਾ ਜਾ ਸਕਦਾ ਗਾ। ਆਪਸ਼ਨ ਏ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਵਿਅਕਤੀਆਂ ਨਾਲ ਸੰਬੰਧਿਤ ਐਕਟ, ਸੰਸਦ ਇਹਦੇ ਮੈਂਬਰਾਂ ਨਾਲ ਸੰਬੰਧਿਤ ਐਕਟ, ਸੰਵਿਧਾਨ ਦੀ ਅਨੁਸੂਚੀ 7ਵੀਂ ਵਿੱਚ ਸੂਚੀਬੱਧ ਐਕਟ, ਸੰਵਿਧਾਨ ਦੀ ਅਨੁਸੂਚੀ 9ਵੀਂ ਅਤੇ ਸੂਚੀਬੱਧ ਐਕਟ। ਸੋ ਆਪਸ਼ਨ ਡੀ ਕੀ ਬਣੂਗਾ ਆਪਣਾ ਇਹਦੇ ਵਿੱਚ ਸਹੀ ਉੱਤਰ ਬਣੂਗਾ। ਨੈਕਸਟ, ਭਾਰਤੀ ਸੰਵਿਧਾਨ ਦੀ 8ਵੀਂ ਸੂਚੀ ਕੀ ਆ, ਤੈਅ ਕਰਦੀ ਹੈਗੀ। ਮਨੁੱਖੀ ਅਧਿਕਾਰ, ਰਾਜ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼, ਭਾਸ਼ਾਵਾਂ ਬਾਰੇ, ਐਂਟੀ ਡਿਫੈਕਸ਼ਨ ਕਾਨੂੰਨ ਬਾਰੇ। 8ਵੀਂ ਅਨੁਸੂਚੀ ਦੇ ਵਿੱਚ ਕੀ ਹੈਗਾ, ਭਾਰਤ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਮਿਲੀ ਹੋਈ ਹੈਗੀ। ਨੈਕਸਟ, ਆਰਟੀਕਲ 19 ਦੇ ਤਹਿਤ ਆਜ਼ਾਦੀ ਦਾ ਅਧਿਕਾਰ ਆਪਣੇ ਆਪ ਮੁਅੱਤਲ ਹੋ ਜਾਂਦਾ ਹੈਗਾ। ਸੋ ਐਮਰਜੈਂਸੀ ਦੀ ਘੋਸ਼ਣਾ ਹੇਠ ਲਿਖੇ ਆਧਾਰਾਂ 'ਤੇ ਕੀਤੀ ਜਾਂਦੀ ਹੈਗੀ। ਮਤਲਬ ਕਿ ਉਦੋਂ ਕਿਹੜੀ ਐਮਰਜੈਂਸੀ ਲੱਗਦੀ, ਜਦੋਂ ਆਰਟੀਕਲ 19 ਦੇ ਅਧਿਕਾਰ ਆ ਕਿ ਆਪਦੇ ਆਪ ਖਤਮ ਹੋ ਜਾਂਦੇ ਹੈਗੇ। ਹਥਿਆਰਬੰਦ ਬਗਾਵਤ, ਅੰਦਰੂਨੀ ਗੜਬੜ, ਚੋਣ ਹਾਰਦੇ ਹੈਗੇ, ਜਾਂ ਜੰਗ ਜਾਂ ਬਾਹਰੀ ਹਮਲਾ। ਸੋ ਜਦੋਂ ਕੋਈ ਜੰਗ ਜਾਂ ਬਾਹਰੋਂ ਹਮਲਾ ਹੁੰਦਾ ਗਾ, ਉਦੋਂ ਕੀ ਆਪਦੇ ਆਪ ਇਹ ਖਤਮ ਹੋ ਜਾਂਦੇ ਹੈਗੇ। ਤੁਸੀਂ ਇਕੱਠ ਨਹੀਂ ਕਰ ਸਕਦੇ, ਜਿਵੇਂ ਕਿ 144 ਲੱਗ ਜਾਂਦੇ, ਇਹ ਸਾਰੀਆਂ ਚੀਜ਼ਾਂ ਕੀ ਆ, ਖਤਮ ਹੋ ਜਾਂਦੀਆਂ ਹੈਗੀਆਂ। ਨੈਕਸਟ, ਭਾਰਤੀ ਸੰਵਿਧਾਨ ਦੀ 4ਥੀ ਅਨੁਸੂਚੀ ਸੰਬੰਧਿਤ ਹੈਗੀ। ਸੋ ਭਾਰਤੀ ਸੰਵਿਧਾਨ ਦੀ ਜਿਹੜੀ 4ਥੀ ਅਨੁਸੂਚੀ ਇਹ ਰਾਜ ਸਭਾ ਦੀਆਂ ਸੀਟਾਂ ਦੇ ਨਾਲ, ਉਹਨਾਂ ਦੀ ਵੰਡ ਦੇ ਨਾਲ ਸੰਬੰਧਿਤ ਹੈਗੀ ਆ। ਨੈਕਸਟ, ਭੀਮ ਰਾਓ ਅੰਬੇਦਕਰ ਦੇ ਅਨੁਸਾਰ ਕਿਹੜੇ ਆਰਟੀਕਲ ਨੂੰ ਸੰਵਿਧਾਨ ਦੀ ਦਿਲ ਤੇ ਆਤਮਾ ਕਿਹਾ ਜਾਂਦਾ ਗਾ। ਇਹ ਸਾਰਿਆਂ ਨੂੰ ਪਤਾ ਹੀ ਹੈ, ਆਪਾਂ ਪੜ੍ਹੇ ਹੀ ਆ ਪਿੱਛੇ, ਕਿਹੜੇ ਨੂੰ ਕਿਹਾ ਜਾਂਦਾ, ਆਰਟੀਕਲ 32 ਨੂੰ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਗਾ। ਨੈਕਸਟ, ਭਾਰਤੀ ਸੰਵਿਧਾਨ ਦੀ 11ਵੀਂ ਸੂਚੀ ਸੰਬੰਧਿਤ ਹੈਗੀ। ਸੋ ਭਾਰਤੀ ਸੰਵਿਧਾਨ ਦੀ ਜਿਹੜੀ 11ਵੀਂ ਸੂਚੀ ਹੈ ਇਹ ਸੰਬੰਧਿਤ ਹੈਗੀ ਕਾਹਦੇ ਨਾਲ, ਪੰਚਾਇਤਾਂ ਨਾਲ। ਕਦੋਂ ਹੋਈ ਸੀਗੀ ਇਹ, 73ਵੀਂ ਅਮੈਂਡਮੈਂਟ ਹੋਈ ਸੀਗੀ। ਕਦੋਂ ਹੋਈ ਸੀ, 1992 ਦੇ ਵਿੱਚ ਇਹ 11ਵੀਂ ਕੀ ਅਨੁਸੂਚੀ ਜੋੜੀ ਗਈ ਸੀਗੀ। ਨੈਕਸਟ, ਕੈਸੇ ਅਧਿਨਿਯਮ ਨੂੰ ਸੰਵਿਧਾਨ ਦੀ ਕਿਸ ਅਨੁਸੂਚੀ ਵਿੱਚ ਸ਼ਾਮਲ ਕਰਨ 'ਤੇ ਚੁਣੌਤੀ ਨਹੀਂ ਦਿੱਤੀ ਜਾ ਸਕਦੀ, 5ਵੀਂ, 8ਵੀਂ, 9ਵੀਂ ਜਾਂ 10ਵੀਂ। ਸੋ ਇਹ ਹੈਗੀ 9ਵੀਂ ਅਨੁਸੂਚੀ, ਇਹਨੂੰ ਕੀ ਹੈਗਾ, ਕੋਰਟ ਦੇ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਨੈਕਸਟ, ਭਾਰਤ ਨੇ ਸਮਵਰਤੀ ਸੂਚੀ ਦੀ ਸੰਕਲਪਨਾ ਕਿਸ ਸੰਵਿਧਾਨ ਤੋਂ ਲਈ ਗਈ ਹੈਗੀ। ਮਤਲਬ ਕਿ ਜਿਹੜੀ ਸਮਵਰਤੀ ਸੂਚੀ ਦੀ ਇਹ ਕਿਹੜੇ ਦੇਸ਼ ਤੋਂ ਲਈ ਗਈ ਹੈ, USA ਦੇ ਸੰਵਿਧਾਨ ਤੋਂ, ਆਇਰਲੈਂਡ, ਆਸਟ੍ਰੇਲੀਆ ਜਾਂ ਅਮਰੀਕਾ ਦੇ। ਸੋ ਇਹ ਲਈ ਗਈ ਹੈਗੀ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਲਈ ਗਈ ਹੈਗੀ। ਭਾਰਤ ਦਾ ਸੰਵਿਧਾਨ ਆ ਜਿਹੜਾ ਇਹ ਅਲੱਗ-ਅਲੱਗ ਦੇਸ਼ਾਂ ਤੋਂ ਅਡੋਪਟ ਕੀਤਾ ਗਿਆ ਹੈਗਾ। ਸੋ ਉਹ ਕੀ ਹੈਗੇ, ਇਹਦੇ ਵਿੱਚੋਂ ਸਮਵਰਤੀ ਸੂਚੀ ਦੀ ਸੰਕਲਪਨਾ ਇਹ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਲਈ ਗਈ ਹੈਗੀ। ਨੈਕਸਟ, ਸੂਚੀ ਦੂਜੀ ਨੂੰ ਪਹਿਲੀ ਨਾਲ ਮਿਲਾਉਣਾ ਗਾ। ਮਤਲਬ ਕਿ ਕੀ ਹੈਗਾ, ਜਿਵੇਂ ਕਿ ਮਾਨਤਾ ਪ੍ਰਾਪਤ ਭਾਸ਼ਾਵਾਂ ਇਹ ਕਿਹੜੀ ਦੇ ਵਿੱਚ ਆਉਂਦੀ ਹੈਗੀ, ਇਹ ਆਉਂਦੀ ਹੈਗੀ 8ਵੀਂ ਅਨੁਸੂਚੀ ਦੇ ਵਿੱਚ। ਫਿਰ ਆ ਗਿਆ ਆਪਣਾ ਵਿਰੋਧੀ ਦਲ ਬਦਲੀ ਵਾਲਾ, ਇਹ ਕਿਹੜੇ 'ਚ ਆ ਗਿਆ, 10ਵੀਂ ਅਨੁਸੂਚੀ ਦੇ ਵਿੱਚ। ਰਾਜ ਕੇਂਦਰੀ ਸ਼ਾਸਿਤ ਰਾਜ ਸਭਾ ਦੀ ਸੀਟਾਂ ਦੀ ਵੰਡ ਵਾਲਾ ਆ ਗਿਆ। ਸੋ ਇਹਦੇ ਵਿੱਚ ਰਾਜ ਸਭਾ ਦੀ ਸੀਟਾਂ ਦੀ ਵੰਡ ਵਾਲਾ ਗਿਆ ਹੈਗਾ ਪਹਿਲੀ ਅਨੁਸੂਚੀ ਦੇ ਵਿੱਚ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਸੰਬੰਧ ਰਾਜ ਸਭਾ ਦੀ ਸੀਟਾਂ ਦਾ ਆ ਗਿਆ 4ਥੀ ਦੇ ਨਾਲ। ਸੋ ਇਹਦੇ ਵਿੱਚ ਕੀ ਹੋ ਜੂ, ਆਪਣਾ ਤੀਜਾ ਆਨਸਰ ਸਹੀ ਹੋ ਜੂਗਾ। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਕੇਂਦਰੀ ਸੂਚੀ ਦੇ ਵਿੱਚ ਸ਼ਾਮਲ ਹੈਗਾ, ਪੁਲਿਸ, ਵਪਾਰ, ਖੇਤੀਬਾੜੀ ਜਾਂ ਰੱਖਿਆ। ਸੋ ਸੈਂਟਰ ਗੌਰਮੈਂਟ ਦੇ ਜੋ ਕਿ ਸ਼ਾਮਲ ਹੈਗਾ ਉਹ ਹੈਗਾ ਰੱਖਿਆ ਹੈਗਾ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ, ਮੌਲਿਕ ਅਧਿਕਾਰਾਂ ਦੇ ਹਿੱਸੇ ਵਜੋਂ ਭਾਰਤ ਦਾ ਸੰਵਿਧਾਨ ਇਹਨਾਂ ਦੀ ਗਾਰੰਟੀ ਦਿੰਦਾ। ਮਤਲਬ ਕਿ ਕਾਹਦੀ ਗਾਰੰਟੀ ਦਿੰਦਾ, ਤਲਾਕ। ਹੁਣ ਤਲਾਕ ਦੀ ਗਾਰੰਟੀ ਥੋੜ੍ਹਾ ਸੰਵਿਧਾਨ ਦਊਗਾ ਕਿ ਅਸੀਂ ਤੁਹਾਡਾ ਤਲਾਕ ਕਰਾ ਕੇ ਦੇਵਾਂਗੇ, ਉਹ ਤਾਂ ਪਰਸਨਲ ਚੀਜ਼ਾਂ ਆ ਗਈਆਂ। ਯਾਤਰਾ ਵੀ ਆ ਬੰਦੇ ਦੀ ਪਰਸਨਲ ਚੀਜ਼ ਆ ਗਈ। ਸਮਾਨਤਾ, ਸੋ ਵਿਆਹ ਵੀ ਨਹੀਂ ਆ ਸਕਦਾ ਗਾ, ਇਹ ਨਹੀਂ ਹੈਗਾ ਕਿ ਹਰ ਇੱਕ ਇਨਸਾਨ ਦਾ ਸੰਵਿਧਾਨ 'ਚ ਲਿਖਿਆ ਹੀ ਹੋਇਆ ਵੀ ਵਿਆਹ ਹੋਊਗਾ ਹੀ ਹੋਊਗਾ। ਸੋ ਬਹੁਤ ਛੜੇ ਵੀ ਤੁਰੇ ਫਿਰਦੇ ਹੈਗੇ। ਸੋ ਕੀ ਹੈਗਾ ਇਹਦਾ ਆਨਸਰ, ਸਮਾਨਤਾ। ਹਰ ਇੱਕ ਨੂੰ ਸਮਾਨਤਾ ਦਰਜਾ ਦਿੱਤਾ ਹੋਇਆ ਕੌਂਸਟੀਟਿਊਸ਼ਨ ਨੂੰ, ਕੋਈ ਹਰ ਇੱਕ ਇਨਸਾਨ ਬਰਾਬਰ ਹੈਗੇ।
ਸੋ ਇਹ ਸੀ ਅੱਜ ਦੀ ਆਪਣੀ ਕਲਾਸ। ਸੋ ਉਮੀਦ ਆ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ। ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਆ ਕਰੋ ਅਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਦਿਆ ਕਰੋ। ਸੋ ਮਿਲਦੇ ਹਾਂ ਆਪਾਂ ਨੈਕਸਟ ਕਲਾਸ ਦੇ ਵਿੱਚ, ਸੋ ਅਤੇ ਨੈਕਸਟ ਟੋਪਿਕ ਦੇ ਨਾਲ, ਅਤੇ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।